ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ, ਹਾਂ ਕਿਉਂ ਸਚਿਆਰਾ, ਕਿਉਂ ਸਚਿਆਰਾ ਹੋਈਐ, ਕਿਉਂ ਕੂੜੈ ਟੁੱਟੈ ਪਾਰ, ਕਿਉਂ ਕੂੜੈ ਟੁੱਟੈ ਪਾਰ, ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ ਕਿਉਂ ਕੂੜੈ ਟੁੱਟੈ ਪਾਰ, ਕਿਉਂ ਕੂੜੈ ਟੁੱਟੈ ਪਾਰ, ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ, ਨਾਨਕ ਲਿਖਿਆ ਨਾ, ਕਿਉਂ ਸਚਿਆਰਾ ਹੋਈਐ, ਕਿਉਂ ਸਚਿਆਰਾ ਕਿਉਂ ਕੂੜੈ ਟੁੱਟੈ ਪਾਰ, ਕਿਉਂ ਕੂੜੈ ਟੁੱਟੈ ਪਾਰ, ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਨਾਨਕ ਲਿਖਿਆ ਨਾ, ਨਾਨਕ ਲਿਖਿਆ, ਨਾਨਕ ਲਿਖਿਆ, ਨਾਨਕ ਲਿਖਿਆ ਨਾ। ਪਿਆਰੀ ਸਾਧ ਸੰਗਤ ਜੀ, 33 ਨੰਬਰ ਪੌੜੀ ਆਖਣ ਜ਼ੋਰ ਚੁਪੈਨਾ ਜ਼ੋਰ ਤੱਕ ਪਹੁੰਚਣ ਵਾਸਤੇ ਥੋੜ੍ਹਾ ਜਿਹਾ ਸ਼ੁਰੂ ਤੋਂ ਸਮਝਦੇ ਹਾਂ ਕਿ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਸਵਾਲ ਹੈ। ਸਵਾਲ ਹੈ, ਕਿਵੇਂ ਸਚਿਆਰਾ ਹੋਈ ਹੈ, ਮੈਂ ਸਚਿਆਰਾ ਕਿਵੇਂ ਹੋਵਾਂ। ਬੜਾ ਕੀਮਤੀ ਸਵਾਲ ਹੈ ਔਰ ਆਪਣੇ ਨਾਲ ਕੰਪੇਅਰ ਕਰਕੇ ਦੇਖਣਾ ਹੈ। ਮੈਂ ਦੂਸਰੇ ਲੋਕਾਂ ਨੂੰ ਇਮਾਨਦਾਰ ਨਹੀਂ ਸਮਝਦਾ, ਮੈਂ ਦੂਸਰਿਆਂ ਨੂੰ ਕੁੜਿਆਰਾ ਸਮਝਦਾ ਹਾਂ, ਮੈਂ ਆਪਣੇ ਆਪ ਨੂੰ ਬਹੁਤ ਸ਼ਰੀਫ ਸਮਝਦਾ ਹਾਂ ਅਤੇ ਬਾਕੀ ਸਾਰਿਆਂ ਨੂੰ ਪਾਪੀ ਸਮਝਦਾ ਹਾਂ, ਆਪਣੇ ਆਪ ਨੂੰ ਆਸਤਿਕ ਵੀ ਸਮਝਦਾ ਹਾਂ। ਪਰ ਮੇਰੇ ਭਾਣੇ ਲੋਕੀ ਠੀਕ ਨਹੀਂ ਹਨ। ਇਹ ਮੇਰੀ ਆਪਣੀ ਸੋਚਣੀ। ਪਰ ਜਦੋਂ ਮੈਂ ਇਸ ਸੋਚਣੀ ਦੇ ਅਵਸਥਾ 'ਚ ਹਾਂ ਤਾਂ ਮੈਂ ਮੰਨ ਰਿਹਾ ਹਾਂ ਕਿ ਮੈਂ ਆਲਰੇਡੀ ਸਚਿਆਰਾ ਹਾਂ। ਮੈਂ ਇਸ ਅਵਸਥਾ 'ਚ ਆ ਹੀ ਨਹੀਂ ਪਾਇਆ ਕਿ ਮੈਂ ਕੁੜਿਆਰਾ ਹਾਂ। ਗੁਰੂ ਸਾਹਿਬ ਸਾਡੀ ਸਾਈਕੀ ਨੂੰ ਟੁੰਬਦੇ ਹਨ ਅਤੇ ਰੋਜ਼ ਸਵੇਰੇ ਮੈਨੂੰ ਪੜ੍ਹਨ ਵੇਲੇ ਮਜਬੂਰ ਕਰਦੇ ਹਨ ਕਿ ਤੂੰ ਆਪਣੇ ਆਪ ਨੂੰ ਇਸ ਅਵਸਥਾ 'ਚ ਲਿਆ ਕਿ ਤੂੰ ਸਚਿਆਰਾ ਨਹੀਂ ਹੈ, ਸਾਰੀ ਖੇਡ ਬਣ ਜਾਏਗੀ। ਕਹਿੰਦੇ ਹਨ ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟੇ ਪਾਲ। ਰੱਬ ਜੀ, ਮੇਰੇ ਔਰ ਤੁਹਾਡੇ ਵਿਚਕਾਰ ਕੋਈ ਹਰਡਲ ਹੈ, ਕੋਈ ਰੁਕਾਵਟ ਹੈ। ਪਤਲੀ ਜੀ ਇੱਕ ਤੰਦ ਹੈ, ਇੱਕ ਪਤਲਾ ਜਿਹਾ ਪੜਦਾ ਹੈ ਮੇਰੀ ਈਗੋ ਦਾ, ਮੇਰੀ ਹਉਮੈ ਦਾ,
ਅਸੀਂ ਬੜੇ ਆਰਾਮ ਨਾਲ ਕਹਿ ਵੀ ਲੈਂਦੇ ਆ ਵੀ ਫਲਾਣੇ ਬੰਦੇ ਨੂੰ ਬੜੀ ਈਗੋ ਹੈ, ਬੜਾ ਹਉਮੈ ਹੈ, ਪਰ ਗੁਰੂ ਪਾਤਸ਼ਾਹ ਦੱਸ ਰਹੇ ਨੇ ਉਹ ਹਉਮੈ ਦਾ ਪਰਦਾ ਬੜਾ ਪਤਲਾ ਜਿਹਾ ਹੈ, ਤੇ ਉਹ ਪਤਲਾ ਜਿਹਾ ਕੀ ਹੈ? ਕੂੜ ਹੀ ਤੇ ਹੈ। ਤੂੰ ਮਨ ਕੀ ਮਤ ਅਨੁਸਾਰ ਜੋ ਵੀ ਸੋਚਦਾ ਹੈ ਉਹ ਸਾਰਾ ਕੂੜ ਹੈ। ਸਤਿਗੁਰ ਕੀ ਮਤ ਨਾਲ ਸੋਚ ਲਿਆ ਕਰ। ਸਾਡੇ ਪੱਲੇ ਇੱਕ ਹੋਰ ਗੱਲ ਪਏਗੀ, ਦੁਨੀਆ ਦਾ ਹਰ ਇਨਸਾਨ ਦਾ ਤਨ ਕੰਮ ਕਰਦਾ ਹੈ ਸਬਜੈਕਟ ਟੂ ਮਨ, ਨਾਟ ਸਬਜੈਕਟ ਟੂ ਬ੍ਰੇਨ। ਪੂਰੀ ਦੁਨੀਆ ਵਿੱਚ ਮਨ ਦੇ ਅਰਥ ਇੰਗਲਿਸ਼ ਵਿੱਚ ਟਰਾਂਸਲੇਸ਼ਨ ਕੀਤੇ ਗਏ ਨੇ ਮਾਈਂਡ। ਗੁਰੂ ਸਾਹਿਬ ਦੁਨੀਆ ਨੂੰ ਇੱਕ ਕਦਮ ਹੋਰ ਪਿੱਛੇ ਲੈ ਕੇ ਚੱਲਦੇ ਹਨ ਕਿ ਇਹ ਗੱਲ ਮਾਈਂਡ ਦੀ ਨਹੀਂ ਹੈ। ਮਾਈਂਡ ਵਰਕਸ ਸਬਜੈਕਟ ਟੂ ਮਨ। ਇਹ ਮਨ ਜੈਸਾ ਸੇਵੇਂ ਤੈਸੋ ਹੋਏ ਤੇਹ ਕਰਮ ਕਮਾਏ। ਜੈਸਾ ਇਹ ਮਨ ਸੋਚਦਾ ਹੈ ਵੈਸਾ ਮਾਈਂਡ ਕੰਮ ਕਰਦਾ ਹੈ। ਮਨ ਚਾਹੁੰਦਾ ਹੈ ਮੈਂ ਗੁਰਦੁਆਰੇ ਜਾਵਾਂ, ਮਾਈਂਡ ਸਰੀਰ ਨੂੰ ਹੁਕਮ ਕਰਦਾ ਹੈ ਔਰ ਅਸੀਂ ਤਨ ਕਰਕੇ ਗੁਰਦੁਆਰੇ ਆਉਂਦੇ ਹਾਂ। ਜੇ ਮਨ ਕਹਿੰਦਾ ਹੈ ਨਹੀਂ ਜਾਣਾ ਤਾਂ ਸਾਡਾ ਸਰੀਰ ਵਿੱਚ ਕੋਈ ਹਿੰਮਤ ਨਹੀਂ ਹੈ। ਮੇਰੇ ਸਰੀਰ ਦਾ ਇੱਕ ਇੱਕ ਅੰਗ ਸਬਜੈਕਟ ਟੂ ਮਨ ਕੰਮ ਕਰਦਾ ਹੈ ਔਰ ਸਰੀਰ ਕੋਲੋਂ ਕੰਮ ਕਰਾਉਣ ਵਾਸਤੇ ਮਨ ਦਾ ਸਰਵੈਂਟ ਹੈ ਮਾਈਂਡ। ਸੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਜੇ ਅਸੀਂ ਸਮਝ ਨਹੀਂ ਹੋਏ, ਆਈ ਥਿੰਕ ਕਿ ਹੁਣੇ ਇੰਗਲਿਸ਼ ਦੀ ਟਰਾਂਸਲੇਸ਼ਨ ਵਾਲਿਆਂ ਕੋਲ ਇਤਨੀ ਵੋਕੈਬਲਰੀ ਨਹੀਂ ਹੈ ਕੋਈ ਇਸ ਨੂੰ ਪ੍ਰੋਪਰ ਟਰਾਂਸਲੇਟ ਕਰ ਸਕਣ। ਫਿਰ ਵੀ ਅਸੀਂ ਸਾਰੇ ਜਾਣਦੇ ਹਾਂ ਕਿ ਕਾਫੀ ਕੁਝ ਇੰਗਲਿਸ਼ ਵਿੱਚ ਲਿਖਿਆ ਗਿਆ ਹੈ, ਉਪਰਾਲੇ ਕੀਤੇ ਜਾਂਦੇ ਨੇ, ਪਰ ਇੰਗਲਿਸ਼ ਵਾਲਿਆਂ ਨੇ ਯੋਗਾ ਲਫ਼ਜ਼ ਲੱਭਿਆ ਹੈ, ਧਰਮਾ ਲਫ਼ਜ਼ ਲੱਭਿਆ ਹੈ, ਗੁਰੂ ਲਫ਼ਜ਼ ਲੱਭਿਆ ਔਰ ਇਹ ਲਫ਼ਜ਼ ਉਹਨਾਂ ਨੇ ਅਡੋਪਟ ਕਰ ਲਏ ਹਨ। ਆਈ ਥਿੰਕ ਸਲੋਲੀ ਉਹ ਮਨ ਦਾ ਅਰਥ ਮਾਈਂਡ ਨਾ ਕਰਕੇ ਮਨ ਦਾ ਅਰਥ ਇੰਗਲਿਸ਼ ਵਿੱਚ ਹੀ ਮਨ ਹੀ ਕਰਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ 'ਤੇ ਅਸੀਂ ਪਹੁੰਚ ਸਕਦੇ ਹਾਂ ਕਿ ਮਨ ਕੀ ਮਤ ਹੁੰਦੀ ਹੈ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਤੇਰੀ ਮਨ ਕੀ ਮਤ ਹੈ ਨਾ, ਇਹ ਮੈਲ ਹੈ, ਇਹ ਕੂੜ ਹੈ, ਇਹਦੇ ਕੋਲ ਸਤਿਗੁਰ ਦੀ ਮਤ ਨਹੀਂ ਹੈ। ਚਲਦਾ ਸਾਰਾ ਮੇਰਾ ਸਰੀਰ ਮਨ ਦੇ ਨਾਲ ਹੈ। ਜੇਕਰ ਮੇਰਾ ਸਰੀਰ ਮਨ ਮੇਰਾ ਸਤਿਗੁਰ ਦੀ ਮਤ ਲੈ ਲਵੇ ਤਾਂ ਮੇਰੇ ਸਰੀਰ ਨੂੰ ਸਤਿਗੁਰ ਕੀ ਮਤ ਅਨੁਸਾਰ ਚਲਾਏਗਾ। ਪਰ ਜੇਕਰ ਮੇਰਾ ਮਨ ਸਤਿਗੁਰ ਦੀ ਮਤ ਨਾ ਲਵੇ ਤਾਂ ਆਪਣੇ ਅਨੁਸਾਰ ਚਲਾਏਗਾ। ਜਦੋਂ ਆਪਣੇ ਅਨੁਸਾਰ ਚਲਾਉਂਦਾ ਹੈ ਉਹ ਮਨ ਕੀ ਮਤ ਅਨੁਸਾਰ ਮਨ ਦਾ ਪਾਣਾ ਹੁੰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਮੇਰੇ ਸਤਿਗੁਰ ਕੇ ਪਾਣਾ ਚੱਲ। ਅੱਛਾ, ਸਰੀਰ ਨੂੰ ਤੇ ਮਨ ਹੀ ਚਲਾਉਂਦਾ ਹੈ, ਪਰ ਜੇ ਸਤਿਗੁਰ ਕੇ ਪਾਣੇ ਚੱਲਣ ਲੱਗਣ ਤਾਂ ਮੇਰੇ ਡੂਇੰਗ ਡੀਡਸ, ਮੇਰੇ ਕਰਮ ਜਿਹੜੇ ਬਾਹਰ ਮੈਨੀਫੈਸਟ ਹੁੰਦੇ ਨੇ, ਜੋ ਮੇਰਾ ਲੋਕ ਹੈ ਉਹ ਵੀ ਠੀਕ ਹੋ ਜਾਂਦਾ ਹੈ। ਕਿਉਂ? ਕਿਉਂਕਿ ਮੈਂ ਪਰਲੋਕ ਨੂੰ ਠੀਕ ਕੀਤਾ। ਮੇਰਾ ਲੋਕ ਸੁਖੀ ਤਾਂ ਹੋਏਗਾ ਜੇ ਮੇਰਾ ਪਰਲੋਕ ਸੁਹੇਲਾ ਮੈਂ ਬਣਾਵਾਂ। ਦੈਟ ਮੀਨਸ ਪਹਿਲਾਂ ਮੈਨੂੰ ਅੰਦਰੋਂ ਫਿਕਸਅਪ ਕਰਨਾ ਪਏਗਾ, ਫਿਰ ਬਾਹਰੋਂ ਮੈਂ ਸੁਖੀ ਹੋ ਜਾਵਾਂਗਾ। ਅਸੀਂ ਪਹਿਲਾਂ ਬਾਹਰਲਾ ਇੰਤਜ਼ਾਮ ਕਰਦੇ ਹਾਂ, ਗਰਮੀ ਨਹੀਂ ਹੈ ਮੈਨੂੰ ਘਰ ਏਅਰ ਕੰਡੀਸ਼ਨ ਲਾਉਣਾ ਹੈ, ਮੈਨੂੰ ਕਿਧਰੇ ਜਾਣਾ ਹੈ ਮੈਨੂੰ ਕਾਰ ਚਾਹੀਦੀ ਹੈ, ਮੈਨੂੰ ਖਾਣ ਵਾਸਤੇ 36 ਪਦਾਰਥ ਚਾਹੀਦੇ ਨੇ। ਇਹ ਅਸੀਂ ਸਾਰਾ ਬਾਹਰਲਾ ਇੰਤਜ਼ਾਮ ਕਰ ਰਹੇ ਹਾਂ, ਇਹ ਤਾਂ ਮਨਾ ਹੈ ਹੀ ਨਹੀਂ ਹੈ। ਪਰ ਮਨ ਨੂੰ ਫਿਕਸ ਨਹੀਂ ਕੀਤਾ। ਸਾਡਾ ਬੱਚਾ ਵੱਡਾ ਹੋ ਜਾਂਦਾ ਹੈ, ਉਹ ਏਅਰ ਕੰਡੀਸ਼ਨ ਅੰਦਰ ਬੈਠ ਕੇ ਵੀ ਗਾਲਾਂ ਕੱਢਦਾ ਹੋਇਆ ਤਪਸ਼ੀ 'ਚ ਅਸੀਂ ਦੇਖਦੇ ਹਾਂ। ਉਹ ਕਾਰ ਵਧੀਆ ਵਿੱਚ ਵੀ ਬੈਠਾ ਹੁੰਦਾ ਹੈ, ਪਰ ਉਹ ਦੂਸਰੀ ਕਾਰ ਵਾਲਿਆਂ ਨੂੰ ਕੁਝ ਬੁਰਾ ਭਲਾ ਕਹਿ ਰਿਹਾ ਹੁੰਦਾ ਹੈ, ਅਸੀਂ ਦੇਖਦੇ ਹਾਂ। ਉਹ ਸਾਡੇ ਘਰ ਕੋਈ ਆਏ, ਉਹ ਸਾਹਮਣੇ ਨਹੀਂ ਆਉਂਦਾ, ਅਸੀਂ ਕਹਿੰਦੇ ਬੇਟਾ ਆ ਕੇ ਇਨਕੋ ਫਤਿਹ ਬੁਲਾਓ, ਸਤਿ ਸ੍ਰੀ ਅਕਾਲ ਬੁਲਾਓ, ਉਹ ਸਾਹਮਣੇ ਨਹੀਂ ਆਉਂਦਾ ਹੈ। ਇਹ ਸਭ ਕੁਝ ਕੀ ਹੈ? ਉਹਦੇ ਕੋਲ ਸਤਿਗੁਰ ਕੀ ਮਤ ਨਹੀਂ ਹੈ, ਪਰ ਬਾਹਰਲੇ ਲਗਜ਼ਰੀਜ਼ ਉਹਦੇ ਕੋਲ ਸਾਰੀਆਂ ਪੂਰੀਆਂ ਹਨ। ਮਨ ਨੂੰ ਕਹਿ ਰਹੇ ਨੇ ਮਨ ਤੂੰ ਕੁੜਿਆਰ ਹੈ। ਗੁਰੂ ਪਾਤਸ਼ਾਹ ਨੂੰ ਸਵਾਲ ਲੈ ਕੇ ਚੱਲਦੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਇਹ ਜਿਹੜੀ ਮੇਰੇ ਮਨ ਦੀ ਸੋਚਣੀ ਹੈ ਨਾ, ਇਹ ਵਿਚਕਾਰੋਂ ਜੇ ਹਟਾ ਦਿੱਤੀ ਜਾਏ ਤਾਂ ਸਤਿਗੁਰ ਕੀ ਮਤ ਪ੍ਰਾਪਤ ਹੋ ਸਕਦੀ ਹੈ। ਮਨ ਮੇਰਾ ਸਤਿਗੁਰ ਕੇ ਭਾਣੇ ਚੱਲ ਵਾਲੀ ਗੱਲ ਹੋ ਜਾਏਗੀ। ਤਾਂ ਜੇ ਸਤਿਗੁਰ ਕੀ ਮਤ ਲੈਣੀ ਹੈ ਤਾਂ ਇਸ ਨੂੰ ਪਹਿਲਾਂ ਰਿਕਗਨਾਈਜ਼ ਕਰਨਾ ਪਏਗਾ, ਮੈਨੂੰ ਕੂੜ ਹੈ, ਮੇਰੇ ਮਨ ਉੱਤੇ ਕੂੜ ਮੈਲ ਚੜੀ ਹੋਈ ਹੈ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਇਹ ਬਹੁਤ ਅੱਛੀ ਅਵਸਥਾ ਹੋਏਗੀ ਜੇ ਮੈਂ ਮੰਨ ਲਵਾਂ
कि मैं कुड़ियारा जीवन जींदा हाँ। बाहरों देखण विच पता लगदा या नहीं लगदा, मेरा थॉट प्रोसैस कुड़ियार है। मैं किसी नूं चंगा समझदा हाँ, किसी नूं मंदा समझदा हाँ। मैं किसी नूं अमीर गरीब दा भी वितकरा करदा हाँ। मेरे भाणे कोई हिंदू मुसलमान सिख ईसाई वख-वख दुनिया दे लोकी होंदे ने, मेरे भाणे जेंडर डिस्क्रिमिनेशन भी होंदी है, मेरे भाणे ऊंच और नीच जात का भी कुछ है। सतगुर के भाणे नहीं है। सतगुर के भाणे है अवल अल्लाह नूर उपाया कुदरत के सब बंदे, एक नूर ते सब जग उपजया कौन भले को मंदे। तू किसी नूं भी ये ना कह, अपने बारे सोच, तेरे मन उत्ते एक मैल है। सो असी जो इस मोड ही आवांगे तो गुरु पातशाह कहते हैं, जे तू इस तरह सोचें कि मेरी कूड़ किवें दूर हो सकती है, तो एक गल बन जाएगी। सतगुर के भाणे रज़ा अनुसार चलेगा तो तेरी कूड़ उतर जाएगी। वो की है? कहते हुक्म रज़ा ही चलना। जे तू कूड़ उतारना चाहता है, रब जी के हुक्म रज़ा अनुसार चलिया कर। असी बड़े हैरान होए। मैं अपनी जिंदगी विच इस रजौरी गार्डन विच बैठ के बड़े सारे कथाकार व्याख्याकारां नूं सुनिया है, अते अपनी जिंदगी विच कम से कम 18 जपजी साहब के टीके मैं पढ़े हैं। मैं सोच रहा सी कि जपजी साहब की ये पहली पौड़ी है। सो मैं अपने आप नूं बिल्कुल ब्लैंक किया, अते मैं बहुत इनोसेंट चाइल्ड वांगू समझण दा यतन किया कि हुणे कोई एक्सीडेंट नहीं होया, कोई घाटे नहीं पे, कोई किसी की बेटी नूं दाज दे नां हेठा मारिया नहीं, कोई डैथ नहीं हो गई। पहली पौड़ी चल रही है। तो ये फिर हुक्म की है? असी हुक्म नूं सिर्फ डिस्ट्रक्शन नाल जोड़िया होया है। असी हुक्म नूं सिर्फ घाटियां नाल जोड़िया होया है। साडे घरां विच कोई साडी धी नूं दाज दे नां हेठा मारे, या साडे घर किसी भी किस तरीके नाल किसी की डैथ हो जाए, या बिजनेस विच घाटे पै जाण, असी जाके बंदे नूं कहंदे आ हुक्म पाणा रब दी रज़ा मन्नो। उसनूं समझ नहीं आती। गुरु पातशाह पहली पौड़ी अंदर कह रहे ने, मत्था ठनकिया कि हुक्म होंदा की है। नाल गुरु पातशाह पहली पौड़ी तो उंगल पकड़ के दूजी पौड़ी च ले जाते हैं। हुक्म होंदा हुक्मी होवन आकार, हुक्म ना कह जाई हुक्मी होवन जी, हुक्म मिले वड्याई। मैं हैरान रह गया। ये पहली पौड़ी का लिंक है दूजी पौड़ी के नाल। अते गुरु पातशाह पिछली पौड़ी में हुक्म रज़ाई चलना की गल की, अगली पौड़ी में हुक्म समझा रहे हैं। जो अगली पौड़ी नूं पढ़िया, आस्ता आस्ता पता लगना शुरू होया, हुक्म का मतलब होंदा है द लॉज ऑफ नेचर इज़ द विल ऑफ गॉड। कुदरत के जिहड़े नियम होंदे ने, इन्हां नूं गुरु पातशाह रब जी का हुक्म कहते हैं। क्यों कहते हैं? असी देखते हैं गुरबाणी विच किसी आकृति किसी शक्ल वाले रब नूं नहीं मन्निया गया। रूप ना रेख ना रंग किछ, तै गुण ते प्रभ भिन्न। जदों रब जी का कोई रूप रंग रेख पेख नहीं रखा गया, तो फिर रब जी सारी जगह मौजूद किवें ने? गुरु पातशाह कहते ने बलिहारी कुदरत वसिया। वसिया की गल करके कहते ने तेरा अंत न जाई लख्या। कुदरत के कितने नियम ने, साइंस जितने मर्जी नियम खोजती जाती है, बेअंत नियम मिलते जाते हैं, बेअंत नियम हैं। बलिहारी कुदरत वसिया तेरा अंत न जाई लख्या। कुदरत करके वसिया सोए। लो जी, रब जी सारी सृष्टि विच ये जग सच्चे की है कोठड़ी सच्चे का विश्वास, और सारी सृष्टि हर जगह अपने हुक्म नियम सिस्टम नूं प्रेजेंट होके चलाते ने। कुदरत करके वसिया सोए, वक्त विचारै सो बंदा होए। जे तू बंदा बनना चाहता है तो अपना अध्यात्मक वेला समझण दा संभालन दा कुछ कर। हुण हुक्म रज़ाई चलना, तेरे हुक्म किस तरह समझिए किहड़ा है? सो हुण असी रब जी दे हुक्म नूं समझण वास्ते नानक लिखिया नाल समझांगे। मेरे अंदर रब जी वसते ने, अंदरों जिहड़ी मेरे रूह दी ज़मीर दी आवाज़ आंदी, उहनूं सुणन दी अकल, सुणन दी सूझबूझ गुरु पातशाह देंदे ने। कहंदे ने मन तू जोत स्वरूप है, अपना मूल पछाण। मन हर जी तेरे नाल है। देयर इज़ गॉड रिजाइड्स विद इन यू। फरीदा जंगल जंगल क्या भवें वण कंडा मोड़े, वसी रब हियाली है। जंगल क्या ढूंढे, तेरे अंदर रब जी वसते ने। अंदर वसदे रब जी नूं
ਇੰਗਲਿਸ਼ ਵਿੱਚ ਅਸੀਂ ਕਹਿੰਦੇ ਹਾਂ ਕੌਨਸ਼ੀਅੰਸ ਵਿੱਚ ਵਸਦੇ ਹੋਏ, ਮੇਰੇ ਹਿਰਦੇ ਵਿੱਚ ਵਸਦੇ ਨੇ ਰੱਬ ਜੀ, ਹਰ ਕਿਸੇ ਦੇ ਹਿਰਦੇ 'ਚ ਵਸਦੇ ਨੇ, ਪਰ ਸਾਨੂੰ ਉਹਨਾਂ ਦੀ ਆਵਾਜ਼ ਸੁਣਨ ਦੀ ਜਾਂਚ ਨਹੀਂ ਆਉਂਦੀ। ਰੱਬ ਜੀ ਦੀਆਂ ਗੱਲਾਂ ਨੂੰ ਸੁਣਨਾ, ਰੱਬ ਜੀ ਦੀ ਗੱਲਾਂ ਲਿਖੀਆਂ ਨੂੰ ਪੜ੍ਹਨਾ, ਹਿਰਦੇ 'ਚੋਂ ਪੜ੍ਹਨ ਦੀ ਜਾਂਚ ਸਿੱਖਣੀ। ਨਾਨਕ ਲਿਖਿਆ ਨਾਲ ਤੇਰੇ ਨਾਲ ਹਨ, ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਜਿੱਥੇ ਤੂੰ ਜਾਏਂਗਾ ਰੱਬ ਜੀ ਤੇਰੇ ਨਾਲ ਹਨ, ਤੇਰੇ ਅੰਦਰ ਹਨ। ਅੰਦਰੋਂ ਜਿਹੜੀ ਆਵਾਜ਼ ਦਿੰਦੇ ਨੇ ਉਹਨੂੰ ਰੂਹ ਦੀ, ਜ਼ਮੀਰ ਦੀ, ਵਿਲ ਦੀ, ਕੌਨਸ਼ੀਅੰਸ ਦੀ ਆਵਾਜ਼ ਕਹਿੰਦੇ ਨੇ। ਉਸ ਆਵਾਜ਼ ਨੂੰ ਸੁਣਨ ਦੀ ਜਾਂਚ ਸਾਰੀ ਬਾਣੀ ਸਾਨੂੰ ਸਿਖਾਉਂਦੀ ਹੈ, ਔਰ ਜਦੋਂ ਅਸੀਂ ਉਸ ਨੂੰ ਸੁਣਦੇ ਹਾਂ ਉਸ ਅਨੁਸਾਰ ਪਤਾ ਲੱਗਦਾ ਮੈਂ ਵਿਤਕਰਾ ਕਰਦਾ ਸੀ, ਇਹ ਮੇਰਾ ਭਰਾ ਨਹੀਂ, ਕਿਉਂਕਿ ਅਸੀਂ ਇੱਕ ਮਾਂ ਦੇ ਪੇਟ 'ਚੋਂ ਨਹੀਂ ਜੰਮੇ। ਗੁਰੂ ਪਾਤਸ਼ਾਹ ਕਹਿੰਦੇ ਨਹੀਂ ਏਕ ਪਿਤਾ ਏਕਸ ਕੇ ਬਾਰਕ, ਇਹ ਆਵਾਜ਼ ਅੰਦਰੋਂ ਆਈ, ਵੀ ਆਲ ਆਰ ਚਿਲਡਰਨ ਆਫ ਗॉड। ਤਾਂ ਮੈਂ ਵਿਤਕਰੇ ਛੱਡ ਦਿੱਤੇ ਕਿ ਇਹ ਮੇਰਾ ਬਲੱਡ ਰਿਲੇਟਿਡ ਹੈ ਜਾਂ ਨਹੀਂ, ਇਹ ਡਿਸਟੈਂਟ ਮੇਰਾ ਫਰੈਂਡ ਹੈ ਜਾਂ ਨਹੀਂ, ਇਹ ਅਮੀਰ ਹੈ ਕਿ ਗਰੀਬ ਹੈ। ਅੰਦਰ ਦੀ ਜਦੋਂ ਆਵਾਜ਼ ਸੁਣਦੇ ਜਾਂਦੇ ਆ, ਇਹਨੂੰ ਹੁਕਮ ਰਜ਼ਾਈ ਚੱਲਣਾ ਕਹਿੰਦੇ ਨੇ। ਨਾਨਕ ਲਿਖਿਆ ਨਾਲ ਤੇਰੇ ਨਾਲ ਰਹਿੰਦੇ ਨੇ, ਸਭ ਜਗ੍ਹਾ ਤੈਨੂੰ ਅੰਦਰੋਂ ਆਵਾਜ਼ ਆਉਂਦੀ ਹੈ। ਤੇਰੀ ਗੱਲ ਵੱਖਰੀ ਹੈ ਕਿ ਤੂੰ ਅੰਦਰ ਦੀ ਆਵਾਜ਼ ਨੂੰ ਦਬਾਉਣ ਵਿੱਚ ਓਲੰਪਿਕ ਦਾ ਚੈਂਪੀਅਨ ਹੈ। ਯੂ ਆਰ ਵੈਰੀ ਸਮਾਰਟ ਹਾਊ ਟੂ ਸਪਰੈਸ ਅੰਦਰ ਦੀ ਚੰਗੀ ਆਵਾਜ਼। ਜਦੋਂ ਅਸੀਂ ਸਪਰੈਸ ਕਰਦੇ ਹਾਂ ਤਾਂ ਈਗੋ ਪੌਪਅਪ ਹੋ ਕੇ ਅੱਗੇ ਆ ਜਾਂਦੀ ਹੈ, ਇਹ ਰੁਕਾਵਟ ਹੈ। ਅਗਲੀ ਪੌੜੀ ਵਿੱਚ ਹੁਕਮ ਦੀ ਗੱਲ ਕੀਤੀ, ਜਿਉਂ-ਜਿਉਂ ਇਸ ਨੂੰ ਗਹਿਰਾਈ ਵਿੱਚ ਜਾਂਦੇ ਗਏ, ਉਤਰਦੇ ਗਏ, ਪੜ੍ਹਦੇ ਗਏ ਤਾਂ ਪਤਾ ਲੱਗਾ ਸਾਰੀਆਂ ਪੌੜੀਆਂ ਇੱਕ ਦੂਜੇ ਨਾਲ ਇੰਟਰਲਿੰਕਡ ਹਨ। ਪਹਿਲੀ ਪੌੜੀ ਦੂਜੀ ਨਾਲ ਇੰਟਰਲਿੰਕ ਹੈ। ਮਨੁੱਖ ਨੂੰ ਕੁੜਿਆਰ ਹੋਣ ਦੇ ਸਿੰਪਟਮਸ ਸਮਝਾਏ ਜਾ ਰਹੇ ਨੇ, ਔਰ ਸਚਿਆਰ ਹੋਣ ਦੇ ਸਾਇੰਸ ਨਿਸ਼ਾਨ ਦੱਸੇ ਜਾਂਦੇ ਨੇ। ਉਹ ਗਾਵੇ ਕੋ ਤਾਣ ਹੋਵੇ, ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ। ਉਹਨੂੰ ਚੰਗੀਆਂ ਚੰਗੀਆਂ ਸੁਮੱਤ ਜਿਹੜੀ ਪ੍ਰਾਪਤ ਹੁੰਦੀ ਜਾਂਦੀ ਹੈ ਰੱਬ ਜੀ ਦੀ, ਉਸ ਨੂੰ ਦਾਤ ਕਹਿੰਦੇ ਨੇ। ਕਾਰ ਨੂੰ ਦਾਤ ਨਹੀਂ ਕਹਿੰਦੇ ਨੇ। ਇਹ ਬੜਾ ਆਸਾਨ ਹੈ ਕਿ ਮੈਂ ਕਾਰ ਲੈ ਕੇ ਜਾਵਾਂ, ਉਹ ਪਿੱਛੇ ਲਿਖਦੇ ਨੇ ਵੀ ਦਾਤ ਤੇਰੀ ਦਾਤਾਰ, ਪਰ ਰੱਬ ਜੀ ਜਿਹੜੀ ਸੁਮੱਤ ਬਖਸ਼ਦੇ ਨੇ ਉਸ ਨੂੰ ਰੱਬ ਜੀ ਦੀ ਦਾਤ ਕਹਿੰਦੇ ਨੇ। ਰੱਬ ਜੀ ਜਿਹੜੀ ਸੁਮੱਤ ਬਖਸ਼ਦੇ ਨੇ ਉਸ ਨੂੰ ਰੱਬ ਜੀ ਦੀ ਕਿਰਪਾ, ਗ੍ਰੇਸ, ਬਖਸ਼ਿਸ਼ ਕਹਿੰਦੇ ਹਨ। ਹੁਣ ਗੁਰੂ ਪਾਤਸ਼ਾਹ ਪਹਿਲੀ ਪੌੜੀ ਤੋਂ ਦੂਜੀ ਪੌੜੀ 'ਤੇ ਲਿਜਾਂਦੇ ਨੇ, ਕਰਦੇ ਕਰਦੇ ਮੈਨੂੰ ਸਿਖਾਉਂਦੇ ਨੇ, ਜੇ ਤੂੰ ਇੱਕ ਵਾਰੀ ਜੇ ਇੱਕ ਗੁਰ ਕੀ ਸਿੱਖ ਸੁਣੀ ਵਾਲੀ ਅਕਲ ਲੈ ਲਵੇਂ, कितनी बारीक है और कितनी सिंपल है। जे एक गुर की सिख सुनी, गुरु की सिक्ख्या सुननी है ਅਤੇ ਉਹ ਸੁਣਨ ਵਾਸਤੇ ਅਗਲੀਆਂ 4 ਪੌੜੀਆਂ ਸੁਣਿਆਂ ਦੀਆਂ ਲਾਈਆਂ ਨੇ। ਇਸੇ ਮਨ ਨੂੰ ਕੁੜਿਆਰ ਤੋਂ ਸਚਿਆਰ ਬਣਾਉਣ ਵਾਸਤੇ ਸੁਣਿਆਂ ਦੀਆਂ 4 ਪੌੜੀਆਂ ਤੋਂ ਬਾਅਦ ਇਸ ਨੂੰ ਸੁਣਿਆਂ ਦੀ ਅਵਸਥਾ ਦੱਸਦੇ ਨੇ। ਜੇ ਸੁਣ ਵੀ ਲਵੋ ਤਾਂ ਕੀ ਹੋ ਸਕਦਾ ਹੈ, ਆਲ ਪੋਜ਼ਿਟਿਵ ਪੋਸੀਬਿਲਿਟੀਜ਼ ਦੱਸਦੇ ਨੇ, ਔਰ ਦੱਸਦੇ ਨੇ ਸੁਣਨ ਦੇ ਨਾਲ ਨਾਨਕ ਭਗਤਾਂ ਸਦਾ ਵਿਗਾਸ ਤੇਰੀ ਖੇੜੇ ਵਾਲੀ ਅਵਸਥਾ ਬਣਦੀ ਹੈ। ਤੇਰੇ ਚੀਕ ਹਮੇਸ਼ਾ ਰੋਜ਼ ਹੀ ਰਹਿਣਗੇ। ਬਾਹਰੋਂ ਲਾਲ ਦਿਸਣ ਨਾ ਦਿਸਣ, ਤੂੰ ਖਿੜਿਆ ਨਜ਼ਰ ਆਏਗਾ, ਤੇਰਾ ਮੱਥਾ ਕੁੱਟਿਆ ਨਹੀਂ ਹੋਏਗਾ, ਤੇਰੇ ਮੱਥੇ ਚੋਰੀ ਨਾ ਅੱਖਾਂ ਵਿੱਚ ਕਿਸੇ ਨੂੰ ਦੇਖ ਕੇ ਨਫ਼ਰਤ ਨਹੀਂ ਹੋਏਗੀ, ਕਿਸੇ ਨੂੰ ਦੇਖ ਕੇ ਕ੍ਰੋਧਿਤ ਅੱਖਾਂ ਲਾਲ ਨਹੀਂ ਹੋਣਗੀਆਂ। ਨਾਨਕ ਭਗਤਾਂ ਸਦਾ ਵਿਕਾਸ, ਯੂ ਵਿਲ ਬੀ ਹੈਪੀ ਆਲਵੇਜ਼। ਸੁਣਿਆ ਦੁੱਖ ਪਾਪ ਕਾ ਨਾਸ਼। ਇਸ ਤੋਂ ਬਾਅਦ ਮੰਨੇ ਕੀ ਪੌੜੀ ਵਿੱਚ ਲਿਆਉਂਦੇ ਨੇ, ਔਰ ਮੰਨੇ ਕੀ ਪੌੜੀ ਵਿੱਚ ਇੱਕ ਬੜੀ ਕੀਮਤੀ ਗੱਲ ਕਰਦੇ ਨੇ। ਜਦੋਂ ਕਦੇ ਕੋਈ ਦੁਨੀਆ ਦਾ ਇਨਸਾਨ ਸੁਣ ਲਵੇ ਅਤੇ ਸੁਣਨ ਤੋਂ ਬਾਅਦ ਉਸ ਗੱਲ ਨੂੰ ਜੇ ਮੰਨ ਲਵੇ, ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ। ਜਦੋਂ ਉਹਨੂੰ ਕੋਈ ਸੱਚ ਸੁਣਾਇਆ ਜਾਏ ਪਿੱਛੇ, ਉਸ ਤੋਂ ਬਾਅਦ ਜੇ ਕੋ ਕਹੇ ਪਿੱਛੇ ਪਛਤਾਏ। ਪਛਤਾਏ ਦਾ ਮਤਲਬ ਹੁੰਦਾ ਹੈ ਉਹ ਉਸ ਤੋਂ ਬਾਅਦ ਸੁਣ ਕੇ ਪੈਸ਼ਨ ਦੇ ਨਾਲ ਉਸ ਪਾਸੇ ਟੁਰ ਪੈਂਦਾ ਹੈ, ਪਛਤਾਉਂਦਾ ਨਹੀਂ ਹੈ, ਰਿਗਰੈਟ ਨਹੀਂ ਹੁੰਦਾ। ਸੱਚ ਸੁਣਦਾ ਹੈ, ਸੱਚ ਸੁਣ ਕੇ ਉਸ ਪਾਸੇ ਟੁਰ ਪੈਂਦਾ ਹੈ। ਦੁਨੀਆ ਦਾ ਕੋਈ ਵੀ ਇਨਸਾਨ ਸੱਚ ਸੁਣ ਕੇ ਜਦੋਂ ਉਸ ਦੇ ਪਿੱਛੇ ਟੁਰ ਪੈਂਦਾ ਹੈ ਪੈਸ਼ਨ ਦੇ ਨਾਲ, ਤਾਂ ਉਹ ਚਾਰੋਂ ਮੰਨੇ ਕੀ ਪੌੜੀਆਂ ਵਿੱਚ ਇੱਕ ਕਾਮਨ ਗੱਲ ਕਰਦੇ ਨੇ, ਜਿਹੜਾ ਕਿ ਉਸ ਦਾ ਅਸੀਂ ਰਹਾਉ ਮੰਨ ਸਕਦੇ ਹਾਂ। ਕਹਿੰਦੇ ਨੇ ਜੀ ਕੋ ਮਨ ਜਾਣੈ ਮਨ ਕੋਏ। ਅਸੀਂ ਇਸ ਦਾ ਉਚਾਰਨ ਨਹੀਂ ਕਰਾਂਗੇ ਜੇ ਕੋ ਮਨ ਜਾਣੇ ਮਨ ਕੋਏ, ਇੰਜ ਨਹੀਂ ਕਰਾਂਗੇ। ਇਸ ਤਰ੍ਹਾਂ 50 ਸਾਲ ਕੀਤਾ, ਦਿਨ 'ਚ 51 ਜਪਜੀ ਸਾਹਿਬ ਵੀ ਕੀਤੇ, ਪਰ ਅੰਦਰੋਂ ਇਹ ਖਿਆਲ ਸੀ ਕਿ ਪਹਿਲਾਂ ਮੈਂ ਜਪਜੀ ਸਾਹਿਬ 35 ਮਿੰਟਾਂ 'ਚ ਕਰਦਾ ਸੀ, ਫਿਰ 20 ਮਿੰਟਾਂ 'ਚ ਕਰਦਾ ਸੀ, ਫਿਰ ਮੈਨੂੰ ਆਦਤ ਪੈ ਗਈ 7 ਮਿੰਟਾਂ 'ਚ ਕਰਨ ਦੀ। ਪਰ ਤਾਂ ਉਚਾਰਨ ਕੀ ਕਰਦੇ ਸਾਂ, ਜੇ ਕੋ ਮਨ ਜਾਣੇ ਮਨ ਕੋਏ।
ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਕੋਈ ਸੁਣ ਕੇ, ਕੋਈ ਵੀ ਗੱਲ ਨੂੰ ਸੁਣ ਕੇ ਮੰਨ ਲੈਂਦਾ ਹੈ, ਜੇ ਕੋ ਅਗਰ ਕੋਈ ਹੂਸੋਐਵਰ ਵੈਨ ਐਵਰ ਵੇਅਰ ਐਵਰ, ਕਿਸੇ ਵੀ ਰਿਲੀਜਨ ਵਾਲਾ ਸੱਚ ਨੂੰ ਸੁਣ ਕੇ ਜਿਹੜਾ ਮੰਨ ਲੈਂਦਾ, ਜੇ ਕੋ ਮੰਨ ਜਾਣਾ, ਅਗਰ ਮੰਨ ਲੈਂਦਾ ਹੈ, ਮਨ ਕੋਏ ਬਣ ਜਾਂਦਾ। ਮਨ ਕੋਏ ਹੁੰਦਾ ਉਹ ਵਿਰਲਾ ਬਣ ਜਾਂਦਾ ਹੈ। ਹੁਣ ਗੁਰੂ ਪਾਤਸ਼ਾਹ ਜੀ ਦੀ ਇਸ ਫਿਲਾਸਫੀ ਮੁਤਾਬਕ ਇਸ ਤਰ੍ਹਾਂ ਨਹੀਂ ਹੈ ਕਿ ਕਰੋੜਾਂ ਪਿੱਛੇ ਕੋਈ ਇੱਕ ਮਨੁੱਖ ਵਿਰਲਾ ਬਣੇਗਾ। ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਵੀ ਸੁਣੇਗਾ ਉਹ ਵਿਰਲਾ ਬਣ ਜਾਏਗਾ। ਤੇ ਹਰ ਕੋਈ ਇਨਸਾਨ ਸੁਣ ਸਕਦਾ ਹੈ। ਹਰ ਕੋਈ ਇਨਸਾਨ ਸੁਣਦਾ ਕਿਉਂ ਨਹੀਂ? ਮਨ ਜਾਣੇ ਸਭ ਬਾਤ, ਮਨ ਜਾਣੇ ਸਭ ਬਾਤ, ਜਾਨਤ ਹੀ ਔਗੁਣ ਕਰੈ, ਜਾਨਤ ਹੀ ਔਗੁਣ ਕਰੈ, ਕਾਹੀ ਕੀ ਕੁਸ਼ਲਾ, ਕਾਹੀ ਕੀ ਕੁਸ਼, ਹਾਥ ਦੀਪ ਕੂਏ ਪਰੈ, ਹਾਥ ਦੀਪ ਕੂਏ ਪਰੈ, ਹਾਥ ਦੀਪ ਕੂਏ ਪਰੈ, ਹਾਥ ਦੀਪ ਕੂਏ ਪਰੈ, ਮਨ ਜਾਣੈ ਸਭ ਬਾਤ, ਮਨ ਜਾਣੈ ਸਭ ਬਾਤ। ਜਦੋਂ ਮੈਨੂੰ ਇਹ ਭੁਲੇਖਾ ਪੈ ਜਾਂਦਾ, ਮੈਨੂੰ ਸਭ ਕੁਝ ਪਤਾ ਹੈ, ਇਹ ਅਵਗੁਣ ਹੈ। ਅਵਗੁਣ ਕੀਤੇ ਨਹੀਂ ਜਾਂਦੇ ਸਾਧ ਸੰਗਤ। ਇੱਕ ਅੰਗਰੇਜ਼ ਨੂੰ ਕਿਸੇ ਨੇ ਪੁੱਛਿਆ ਵਾਟ ਇਜ਼ ਦ ਬਿਗੇਸਟ ਸਿਨ ਔਨ ਦਿਸ ਅਰਥ, ਕਹਿੰਦਾ ਦ ਬਿਗੇਸਟ ਸਿਨ ਇਜ਼ ਇਗਨੋਰੈਂਸ। ਜਦੋਂ ਤੂੰ ਸੱਚ ਸੁਣਨਾ ਹੀ ਨਹੀਂ ਚਾਹੁੰਦਾ, ਕਿਉਂਕਿ ਤੈਨੂੰ ਭੁਲੇਖਾ ਹੈ ਕਿ ਮੈਨੂੰ ਸਭ ਕੁਝ ਪਤਾ ਹੈ। ਹੁਣ ਇਸ ਤੋਂ ਬਾਅਦ ਜਿਹੜੇ ਤੇਰੇ ਐਕਸ਼ਨ ਹੋਣਗੇ ਉਹ ਤਾਂ ਸੈਕੰਡਰੀ ਹੈ, ਉਹ ਆਫਟਰਵਰਡਸ ਹੋਣਗੇ। ਪਹਿਲੀ ਗੱਲ ਮਨ ਜਾਣੇ ਸਭ ਬਾਤ, जानत ही अवगुण करे काहे की कुशलात, अब कुशल भाई सब कैसे हो सकते हो। हाथ दीप कुएं परे वाली गल हो गई, तेरे को लाइट भी होवे फिर भी तू खूच डिगे। मेरे अंदर रब जी वसते ने, सब मैं जोत जोतस होए, तिस चानण सब मैं चानण होए, मेरे अंदर दीवा बलदा है, पर मैं क्यों रोज़ डिगदा हाँ। हाथ दीप कुएं परे इनू कहते ने कि अंदर रब जी हन, अंदर दा चानण तू लैंदा नहीं। सब कोई लै सकता है। गुरु पातशाह की कहते ने, सब मैं जोत जोत है सोए, तिस दै चानण सब मैं चानण होए। हुण अगे कहते ने गुर साखी जोत प्रगट होए। गुरु दी साखी मीनस गुरु दी सिक्ख्या दे नाल वो जोत तेरे अंदर है, तैनू प्राप्त हो सकता दा फायदा। ਹੁਣ ਅਸੀਂ ਜਦੋਂ ਨਹੀਂ ਸੁਣਦੇ ਹਾਂ ਤਾਂ ਅਸੀਂ ਵਿਰਲੇ ਨਹੀਂ ਬਣ ਸਕਦੇ ਹਾਂ। ਦੁਨੀਆ ਦਾ ਕੋਈ ਵੀ ਇਨਸਾਨ ਸੁਣੇਗਾ ਉਹ ਵਿਰਲਾ ਬਣ ਹੀ ਜਾਏਗਾ। ਇਹਦਾ ਮਤਲਬ ਹਰ ਬੀਜ ਵਿੱਚ ਇਹ ਕਪੈਸਿਟੀ ਹੈ, ਇਹ ਸ਼ਮਤਾ ਹੈ ਕਿ ਉਹ ਪੇੜ ਬਣ ਸਕਦਾ ਹੈ, ਬਸ਼ਰਤੇ ਕਿ ਪ੍ਰੋਪਰ ਧਰਤੀ ਵਿੱਚ ਉਸ ਨੂੰ ਪਾਇਆ ਜਾਏ ਔਰ ਪ੍ਰੋਪਰ ਤਰੀਕੇ ਨਾਲ ਉਸ ਨੂੰ ਨਰਚਰ ਕੀਤਾ ਜਾਏ। ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਕੋ ਮਨ ਜਾਣਾ ਹੈ ਮਨ ਕੋਏ ਬਣ ਜਾਂਦਾ ਹੈ। ਇਸ ਤੋਂ ਬਾਅਦ ਇਹ ਸਾਰੀਆਂ ਅਵਸਥਾ ਤੋਂ ਬਾਅਦ ਉਹਨੂੰ ਜਿਹੜੇ ਚੰਗੇ ਚੰਗੇ ਗੁਣ ਦੱਸੇ ਨੇ, ਦੁਨੀਆ ਵਿੱਚ ਚੰਗੇ ਚੰਗੇ ਚੁਣ ਚੁਣ ਕੇ ਚੰਗੇ ਚੰਗੇ ਗੁਣਾਂ ਨੂੰ ਪੰਜ ਕਹਿੰਦੇ ਨੇ। ਪੰਜ ਪ੍ਰਵਾਨ ਦੀ ਪੌੜੀ ਤੇ ਪਹੁੰਚੇ। ਇੱਕ ਕੁੜਿਆਰ ਤੋਂ ਸਚਿਆਰ ਬਣਨ ਵਾਲਾ ਮਨ ਉਹਨੂੰ ਸਮਝਾਇਆ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇਂ ਦਰਗਾ ਮਨ। ਪੰਜ ਪ੍ਰਧਾਨ ਦਾ ਕੀ ਮਤਲਬ ਹੁੰਦਾ ਹੈ? ਜਦੋਂ ਚੰਗੇ ਚੰਗੇ ਗੁਣਾਂ ਦੀ ਪ੍ਰਧਾਨਤਾ ਤੂੰ ਲੈਂਦਾ ਹੈ, ਇਹਨਾਂ ਨੂੰ ਅੰਦਰ ਵਸਦੇ ਰੱਬ ਜੀ ਦੀ ਦਰਗਾਹ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ। ਪਰ ਜਦੋਂ ਤੂੰ ਅਵਗੁਣ ਲੈਂਦਾ ਅੰਦਰ ਪ੍ਰਵਾਨ ਨਹੀਂ ਕੀਤਾ ਜਾਂਦਾ। ਮੈਂ ਕਿਵੇਂ ਚੈੱਕ ਕਰਾਂ ਕਿ ਮੇਰੇ ਰੱਬ ਜੀ ਨੇ ਮੇਰੇ ਗੁਣ ਪ੍ਰਵਾਨ ਕੀਤੇ ਕਿ ਨਹੀਂ ਕੀਤੇ? ਮੈਂ ਤੇ ਕ੍ਰੋਧ ਵੀ ਕੀਤਾ, ਮੈਂ ਤੇ ਨਫ਼ਰਤ ਵੀ ਕੀਤੀ, ਮੈਂ ਈਰਖਾ ਵੀ ਕੀਤੀ ਔਰ ਮੈਂ ਆਪਣੇ ਆਪ ਨੂੰ ਓਵਰ ਸਮਾਰਟ ਸਮਝਿਆ ਕਿ ਮੈਨੂੰ ਸਭ ਕੁਝ ਪਤਾ ਹੈ। ਹੁਣ ਮੈਨੂੰ ਕੀ ਪਤਾ ਮੇਰਾ ਇਹ ਅਵਗੁਣ ਰੱਬ ਜੀ ਪ੍ਰਵਾਨ ਕਰਦੇ ਹਨ ਕਿ ਨਹੀਂ ਕਰਦੇ ਹਨ, ਇਹ ਗੁਣ ਹੈ ਕਿ ਨਹੀਂ ਹੈ। ਇਸ ਸਵਾਲ ਦਾ ਉੱਤਰ ਇੰਝ ਸਮਝ ਆਉਂਦਾ ਹੈ, ਜਦੋਂ ਮੈਂ ਅਵਗੁਣ ਵਰਤਦਾ ਹਾਂ ਮੇਰਾ ਖੇੜਾ ਗਵਾਚ ਜਾਂਦਾ ਹੈ।
ਜਦੋਂ ਮੈਂ ਅਵਗੁਣ ਦੇ ਨਾਲ ਰਹਿੰਦਾ ਹਾਂ ਮੇਰਾ ਮੱਥਾ ਕੁੱਟਿਆ ਜਾਂਦਾ ਹੈ, ਮੇਰੀਆਂ ਭਵਾਂ ਚੜ੍ਹ ਜਾਂਦੀਆਂ ਹਨ, ਮੇਰੀ ਜ਼ਬਾਨ ਥਿੜਕ ਜਾਂਦੀ ਹੈ, ਮੈਂ ਗਾਲ ਕੱਢ ਕੇ ਕਹਿੰਦਾ ਆਮ ਸੌਰੀ ਦੈਟ ਕੈਨ ਬੀ ਸਲਿਪ ਆਫ ਟੰਗ। ਸਭ ਕੁਝ ਕੀ ਹੋਈ ਜਾ ਰਿਹਾ? ਮੇਰਾ ਅੰਦਰੋਂ ਖੇੜਾ ਗਵਾਚਿਆ। ਅੰਦਰ ਦਾ ਖੇੜਾ ਰੱਬ ਜੀ ਦੇ ਨਾਲ ਮਿਲਾਪ ਕਰਦੇ ਨੇ। ਜਦੋਂ ਕਹਿੰਦੇ ਨਾ दूध पियो गोबिंदे राय, दूध पियो मेरो मन पतिया नहीं तो घर को बाप रिसाए वाला शब्द है ना, ਜਿਹੜਾ ਕਿਹਨੂੰ ਦੁੱਧ ਪਿਲਾਇਆ? ਅੰਦਰ ਦੇ ਰੱਬ ਜੀ ਨੂੰ ਕਿਸ ਤਰ੍ਹਾਂ ਪਿਲਾਇਆ? ਕਿਹੜੀ ਗੱਲ ਕੀਤੀ ਗਈ? ਜਦੋਂ ਅਵਸਥਾ ਵਾਪਰ ਜਾਂਦੀ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਮੇ ਦੇਖ ਨਾਰਾਇਣ ਹਸੈ। ਅੰਦਰ ਖੇੜਾ ਆ ਜਾਂਦਾ ਜੇ ਤੂੰ ਸੰਤੋਖ ਦਾ ਦੁੱਧ ਪਿਲਾਏ ਤਾਂ। ਕੋਈ ਬਾਹਰਲੀ ਕਿਸੇ ਮੂਰਤੀ ਨੂੰ ਦੁੱਧ ਪਿਲਾਉਣ ਦੀ ਗੱਲ ਨਹੀਂ ਚੱਲ ਰਹੀ, ਅੰਦਰ ਦੀ ਗੱਲ ਚੱਲ ਰਹੀ ਹੈ। ਇਸ ਉੱਤੇ ਅਸੀਂ ਸੰਤੋਖ ਸੈਮੀਨਾਰ ਕੀਤਾ ਸੀ, ਜਿਸ ਦੀਆਂ ਅਸੀਂ ਪੁਸਤਕਾਂ ਜਾਂ ਟੇਪਾਂ ਤੁਹਾਡੀ ਸੇਵਾ 'ਚ ਹਾਜ਼ਰ ਕਰਦੇ ਹਾਂ ਅਤੇ ਸੰਗਤਾਂ ਲੈਂਦੀਆਂ ਨੇ। ਐਨੀਵੇਜ਼ ਉਹ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇਂ ਦਰਗਾਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਏਕ ਧਿਆਨ ਮੀਨਸ ਇੱਕ ਰੱਬ ਜੀ ਤੋਂ ਸਾਰੇ ਚੰਗੇ ਗੁਣ ਨਿਕਲਦੇ ਨੇ। ਰੱਬ ਜੀ ਨੂੰ ਸੱਚ ਕਹਿੰਦੇ ਨੇ। ਰੱਬ ਜੀ ਨੂੰ ਸੱਚ ਤੋਂ ਬਣਿਆ ਹੈ ਸੱਤ, ਸੱਤ ਤੋਂ ਬਣਿਆ ਹੈ ਸੰਤ। ਰੱਬ ਜੀ ਤੋਂ ਜਿਹੜੇ ਇੱਕ ਚੁਣ ਕੇ ਚੰਗੇ ਚੰਗੇ ਗੁਣ ਨਿਕਲਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ। ਇੱਕ ਚੰਗੇ ਗੁਣ ਨੂੰ ਮੋਰਲਸ ਕਹਿੰਦੇ ਨੇ, ਆਈਡੀਅਲਸ ਕਹਿੰਦੇ ਨੇ, ਇੰਗਲਿਸ਼ ਵਿੱਚ ਉਹਨਾਂ ਨੂੰ ਵਰਚੂਸ ਕਹਿੰਦੇ ਨੇ। ਸ਼ੈਤਾਨੀਅਤ ਦੀ ਮੱਤ ਦੇ ਨਾਲ ਜਿਹੜੇ ਅਵਗੁਣ ਸਾਨੂੰ ਆਉਂਦੇ ਨੇ ਉਹਨਾਂ ਨੂੰ ਡੀਮਨਸ ਕਹਿੰਦੇ ਨੇ, ਜੰਮ ਕਹਿੰਦੇ ਨੇ, ਵਾਈਸਿਸ ਕਹਿੰਦੇ ਨੇ, ਫਲॉज ਕਹਿੰਦੇ ਨੇ, ਮਿਸਟੇਕਸ ਕਹਿੰਦੇ ਨੇ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਤੂੰ ਚੰਗੇ ਗੁਣਾਂ ਦੀ ਪ੍ਰਧਾਨਤਾ ਲੈਂਦਾ ਹੈ ਤਾਂ ਤੈਨੂੰ ਰੱਬ ਜੀ ਦੇ ਨਾਲ ਇੱਕ ਮਿਕਤਾ ਮਹਿਸੂਸ ਹੁੰਦੀ ਹੈ। ਇੰਗਲਿਸ਼ ਵਰਡ ਅੰਦਰ ਇਸ ਦੀ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ। ਗੁਰੂ ਪਾਤਸ਼ਾਹ ਕਹਿੰਦੇ ਨੇ ਸਿਰਫ ਰੱਬੀ ਗੁਣਾਂ ਨਾਲ ਜੀਵਿਆ ਕਰ। ਰੱਬੀ ਗੁਣਾਂ ਨਾਲ ਜੀਂਦਿਆਂ ਤੇਰਾ ਖੇੜਾ ਆਏਗਾ। ਇਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਦਿਸ ਇਜ਼ ਐਕਸਟੈਸੀ, ਦਿਸ ਇਜ਼ ਵਨਨੈਸ ਵਿਦ ਗੋਡ। ਇਹ ਤੇਰੀ ਜੀਂਦੇ ਦੀ ਰੱਬ ਜੀ ਨਾਲ ਇੱਕ ਮਿਕਤਾ ਹੈ। ਉਹ ਇਹ ਚੰਗੇ ਗੁਣਾਂ ਦੀ ਗੱਲ ਸਿੱਖਦਾ ਹੈ। ਸਿੱਖਣ ਤੋਂ ਬਾਅਦ ਉਸ ਨੂੰ ਰਿਅਲਾਈਜ਼ ਹੁੰਦਾ ਹੈ ਕਿ ਰੱਬ ਜੀ ਬੇਅੰਤ ਹਨ। ਅਸੰਖ ਜਪ ਅਸੰਖ ਭਾਵ ਸੰਖ ਪੂਜਾ ਸੰਖ ਤਪਤਾਉ ਦੀਆਂ ਬੇਅੰਤਤਾ ਦੀਆਂ ਜੋ ਤੂੰ ਭਾਵੇਂ ਸਾਹਿਬ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ ਦੀਆਂ ਗੱਲਾਂ ਸਾਰੀਆਂ ਉਸ ਪੌੜੀ ਵਿੱਚ ਸਮਝਣ ਤੋਂ ਬਾਅਦ ਉਹਨੂੰ ਅੱਗੇ ਲੈ ਕੇ ਚੱਲਦੇ ਨੇ। ਤੂੰ ਆਪਣੇ ਖਿਆਲਾਂ ਦੇ ਪਾਪਾਂ ਪੁੰਨਾਂ ਦੇ ਚੱਕਰਾਂ ਵਿੱਚ ਨਾ ਰਿਹਾ ਕਰ। ਪਾਪ ਪੁੰਨ ਤਾਂ ਭਈ ਕਹਾਵਤ, ਇਹ ਕਹਾਵਤ ਹੈ, ਲੇਕਿਨ ਤੂੰ ਲੋਕਾਂ ਨੂੰ ਪਾਪੀ ਤੇ ਪੁੰਨੀ ਲੇਬਲ ਕਰਦਾ ਰਹਿੰਦਾ ਹੈ। ਪੁੰਨੀ ਪਾਪੀ ਆਖਣ ਹੁੰਦਾ ਲੇਬਲ। डोंट लेबल एनीबडी, डोंट जज एनीबडी। किसी को जज नहीं करना चाहिए। असी अंतरजामी नहीं हाँ, सानू अकल नहीं है, पूरी समझ नहीं है। एक तो असी जज करते हाँ, पर फॉर श्योर जज असी मिस जज करते हाँ। इस करके कहा जाता है डोंट जज अदर्स। दूजिਆਂ ਨੂੰ जज ना करया कर। जज करन सार तू बायस्ड हो जाएगा और तू उस इंसान के नेड़े जाएगा या उस इंसान तो दूर होएगा। ਉਹਦਾ ਕੋਈ ਚੰਗਾ ਗੁਣ ਵੇਖ ਕੇ ਜਾਂ ਪੈਸਾ ਵੇਖ ਕੇ ਤੂੰ ਉਹਦੇ ਨੇੜੇ ਜਾਏਗਾ। दूर के ढोल सुहावने होते हैं, हो सकता है कुछ गड़बड़ हो जाए। ਉਹਦਾ ਅਵਗੁਣ ਦੇਖ ਕੇ ਤੂੰ ਉਸ ਤੋਂ ਦੂਰ ਚਲਾ ਜਾਏਗਾ, ਪਰ ਅਵਗੁਣ ਬਾਹਰ ਮੈਨੀਫੈਸਟ ਹੋ ਰਿਹਾ। ਹੋ ਸਕਦਾ ਸੋ ਕੱਤ ਜਾਣਾ ਪੀਰ ਪਰਾਈ ਜਾ ਕੇ ਅੰਦਰ ਦਰਦ ਨਾ ਪਾਈ, ਤੈਨੂੰ ਨਹੀਂ ਪਤਾ ਕਿ ਉਸ ਦੀ ਜੀਵਨ ਅਵਸਥਾ ਕੀ ਹੈ। ਤੂੰ ਬਾਹਰੋਂ ਉਹਨੂੰ ਨੇ ਜੱਜ ਕਰਦਾ ਹੈ ਨਾ, ਇਹ ਬਾਹਰੋਂ ਜੱਜ ਨਾ ਕਰਿਆ ਕਰ। ਪੁੰਨੀ ਪਾਪੀ ਆਖਣ ਵੀ ਇਸ ਲੇਬਲ ਨਾ ਹੈ ਨੋ। ਜਦੋਂ ਇਹ ਜਾਚ ਸਾਨੂੰ ਆਉਂਦੀ ਹੈ, ਗੁਰਬਾਣੀ ਦਾ ਇੱਕ ਹੋਰ ਪੱਖ ਜੀਣਾ ਆ ਜਾਂਦਾ ਹੈ। ਨਿੰਦਾ ਭਲੀ ਕਿਸੇ ਕੀ ਨਹੀਂ। ਦੈਟਸ ਹਾਊ ਵੀ ਲਰਨ ਦੀਸ ਟ੍ਰੈਜਰਸ ਦੇ ਕੀਮਤੀ ਗੁਣ, ਕਿ ਮੈਨੂੰ ਸਿਖਾ ਦਿੱਤਾ ਕਿ ਤੂੰ ਕਿਸੇ ਨੂੰ ਪੁੰਨੀ ਤੇ ਪਾਪੀ ਕਿਹਾ ਹੀ ਨਾ ਕਰ, ਆਪੇ ਉਸਤ ਨਿੰਦਾ ਛੁੱਟ ਜਾਏਗੀ। ਕਿਸੇ ਨੂੰ ਤੂੰ ਚੰਗਾ ਕਹੇਂਗਾ, ਕਿਸੇ ਨੂੰ ਮੰਦਾ ਕਹੇਂਗਾ। ਚੰਗਾ ਮੰਦਾ ਤੂੰ ਕਿਸ ਹਿਸਾਬ ਨਾਲ ਕਹਿਣਾ? ਆਪਣੇ ਖਿਆਲਾਂ ਮੁਤਾਬਕ। ਤੁਰ ਦੇਖੋ ਤੁਰਦਾ ਮਿਲੇ, ਉੱਡਤੇ ਕੋ ਉੱਡਤਾ। ਤੁਰ ਦੇਖੋ ਤੁਰਦਾ ਮਿਲੇ, ਉੱਡਤੇ ਕੋ ਉੱਡਤਾ। जीवते को
जीवता मिले जीवते को, जीवता मिले मुए को मुआ, मुए को नानक सो सलाहिए, नानक सो सलाहिए, जिन कारण किया तुरद को तुरदा मिले, उदित को ਜਿਹੜੇ ਤੁਰਨੀਆਂ ਗੱਲਾਂ ਕਰਦੇ ਨੇ ਅਸੀਂ ਮੇਰੇ ਖਿਆਲਾਂ ਦੇ ਨੇ, ਮੈਂ ਉਹਨਾਂ ਨਾਲ ਜਾ ਕੇ ਬਹਿੰਦਾ। ਜਿਹੜੇ ਉੱਡਦੀਆਂ ਗੱਲਾਂ ਕਰਦੇ ਨੇ ਉਹ ਮੈਨੂੰ ਜੇ ਮੇਰੇ ਪਸੰਦ ਨੇ ਤਾਂ ਮੈਂ ਉਹਨਾਂ ਨਾਲ ਜਾਵਾਂਗਾ। ਆਪਣੇ ਖਿਆਲ ਮੁਤਾਬਕ ਮੈਂ ਚੈੱਕ ਕਰਾਂਗਾ। ਕੋਈ ਟੈਂਦੀਆਂ ਗੱਲਾਂ ਦੀ ਗੱਲ ਕਰਦਾ ਹੈ, ਉਹਨੂੰ ਮੂਏ ਕੋ ਮੂਆ ਕਹਿੰਦੇ ਨੇ। ਕੋਈ ਕਹਿੰਦਾ ਅਬੇ ਤੁਮਨੇ ਸ਼ਰਾਬ ਹੀ ਨਹੀਂ ਪੀ, भगवान पूछेगा मैंने जीने के लिए बनाई थी, तुम डांस नहीं करते, ये नहीं करते, वो नहीं करते, वो इसको जीवन समझते हैं। मत कोई जाने जग जीवदा दूजे पाए मुयास, नानक जीत वेला विसरै मेरा स्वामी तित वेला, मर जाए जियो मेरा, तू इनू जीवन समझदा है। जीवते को जीवता मिले मूए को मूआ। ਜਿਹੜੇ ਢੈਂਦੀਆਂ ਗੱਲਾਂ ਦੀਆਂ ਗੱਲਾਂ ਕਰਦੇ ਨਾ, ਉਹ ਦੁਨੀਆ ਬੜੀ ਵਿਗੜ ਗਈ ਹੈ, ਬੱਚੇ ਵਿਗੜ ਗਏ ਨੇ, ਜ਼ਮਾਨਾ ਖਰਾਬ ਹੋ ਗਿਆ ਹੈ, ਹੁਣ ਕੀ ਕਰੀਏ, ਜੀਣ ਦਾ ਚਾਅ ਨਹੀਂ ਹੈ। ਡਿਪਰੈਸਿਵ ਪੈਸੀਮਿਸਟਿਕ ਸੁਸਾਈਡਲ ਅਵਸਥਾ ਵਾਲੀਆਂ ਜਿਹੜੀਆਂ ਗੱਲਾਂ ਕਰਦੇ ਨੇ ਨਾ, ਉਹ ਆਪਣੇ ਵਰਗੇ ਬੰਦੇ ਲੱਭ ਲੈਂਦੇ ਨੇ। ਮੂਏ ਕੋ ਮੂਆ। ਅਸੀਂ ਕਦੇ ਵੀ ਇੱਕ ਦੂਜੇ ਨੂੰ ਚੜ੍ਹਦੀ ਕਲਾ ਦੀਆਂ ਗੱਲਾਂ ਨਹੀਂ ਕਰਦੇ ਹਾਂ। ਵੀ ਆਲਵੇਜ਼ ਪ੍ਰੈਫਰ, ਇਹ ਮੇਰਾ ਫਰੈਂਡ ਹੈ, ਇਹ ਜਦੋਂ ਮਿਲੇ ਮੈਨੂੰ ਦੁਨੀਆ ਭਰ ਦੀ ਗੰਦੀ ਗੰਦੀ ਖਬਰ ਸੁਣਾਵਾਂ, ਮੈਂ ਇਹਦੇ ਨਾਲ ਸਾਂਝ ਕਰਾਂ, ਆ ਰਲ ਕੇ ਬੈਠਾਂਗੇ, ਦੁਨੀਆ ਦੀ ਨਿੰਦਾ ਕਰਾਂਗੇ ਇਕੱਠੇ ਬੈਠ ਕੇ। ਮੂੰਹ ਕੋ ਮੂੰਹ ਆ, ਐਜ਼ ਇਫ ਕਿ ਮੈਂ CNN ਚੈਨਲ ਹਾਂ। मेरी ड्यूटी है कि मैं लोगों का सारी खबर इकट्ठी करके लानी है, कहाँ से कितने लूटिए, कितने मारे, कितने को क्या हुआ, कितने को क्या हुआ। ये साड़ी ड्यूटी लाई नहीं गई है। किसी ने मैंने पूछा सी वीर जी बाणी पढ़ते हो, रब जी का की मकसद है इंसान नू पैदा करन दा? मैं उन्होंने कहा मैं रब जी की इस सृष्टि विच ऑलपिन दी नोक दी बिंदी जिन्ना भी मेरी पाया नहीं है, मैं किवें बयान कर सकदा रब जी का की मकसद है। मेरे को तो अथॉरिटी नहीं है, मैनू इन्नी अकल आई नहीं। पर मैनू ये समझ आया, गुरु पातशाह कहते ने तू अपने आप नू कोई काम दे। मन मेरे सतगुर के पाने चल सिख, ते अपने आप नू काम दे कि मैं खाना पीना हसना सोना वाला जीवन जीना है, कि मैं रहन गवाई सोए के दिवस गवाया खाए, हीरे जैसा जन्म है कौड़ी बदले जाए। सो वी हैव टू एंट्रस्ट वर्क टू आवर सेल्फ, ते मैं डिसाइड करना मैं की बनना चाहता। ये तो रब जी जाना, रब जी ने घोड़ा क्यों बनाया, सप क्यों बनाया, तो इल क्यों बनाई है, तो मनुख क्यों बनाया है। मैनू टास्क है, मैं अपने आप को टास्क दिया, मैं बनना की चाहता हाँ। जो मैं बनना चाहता हाँ वो मेरा थॉट प्रोसेस होएगा, और जैसा मेरा थॉट प्रोसेस होएगा वैसा मैं बन जाऊँगा। तुरद्या उड़द्या और मूहे की गल्लां करन वाले ना मिल जाते हैं। गुरु पातशाह कहते हैं पुन्नी पापी ना आख्या कर, तू बाहरों जज करता है। ਜਦੋਂ ਇਹ ਗੱਲਾਂ ਉਹ ਸਾਰੀਆਂ ਸੁਣਦਾ ਜਾਂਦਾ ਹੈ, ਉਹਦੀ ਕਾਇਆ ਕਲਪ ਹੁੰਦੀ ਜਾਂਦੀ ਹੈ, ਔਰ ਉਹਦੀ ਨਵੀਂ ਸ੍ਰਿਸ਼ਟੀ ਸਜਦੀ ਜਾਂਦੀ ਹੈ। ਜਦੋਂ ਉਹਦੀ ਨਵੀਂ ਸ੍ਰਿਸ਼ਟੀ ਸਜਦੀ ਹੈ, ਉਹ ਕਲੇਮ ਨਹੀਂ ਕਰਦਾ ਮੈਂ ਕਿਸ ਦਿਨ ਟਰਾਂਸਫਾਰਮ ਹੋਇਆ ਸੀ। ਉਹ ਕਲੇਮ ਨਹੀਂ ਕਰਦਾ मेरे को कितने बजे सुबह या रात को कौन से पेड़ के नीचे और कौन सी कंट्री में कौन सा कर्म कांड करके ट्रांसफॉर्मेशन मिली थी। जिहड़ी उहदी नवीं सृष्टि सजदी है, जिहड़ा उहदा नवां थॉट प्रोसैस सजदा है, वो इस सृष्टि दा करता मन एक क्लेम नहीं कर सकता, सरेंडर कर दिंदा। जा करता सिटी को साजे आपे जाना सोई। जिहड़ी मेरी नवीं सृष्टि रब जी तुसीं बनाई है ना, तुसीं जाणदे हो कि बई मैं तां थित वार ना जोगी जाना है, रुत माँ ना कोई, जा करता सिटी को जा साजे आपे जाना सोई। वो कहंदा मनु नहीं पता कवण सुवेला वक्त कवण कवण थित कवण वार कवण सी रुत्ती, केड़ी रुत विच माँ कवण जितो आकार। साध संगत जी ये जिहड़े दूसरे अर्थ ने, मैं उन्हां अर्थां नूं झुठला नहीं रहा, वो अर्थ है ही हैं बारली सृष्टि दे।
ਰੱਬ ਜੀ ਦੀ ਸ੍ਰਿਸ਼ਟੀ ਕਦੋਂ ਬਣੀ ਇਹਦੇ ਬਾਰੇ ਕੋਈ ਨਹੀਂ ਜਾਣਦਾ, ਕੋਈ ਨਹੀਂ ਕਹਿ ਸਕਦਾ ਕਦੋਂ ਬਣੀ, ਕਿਹੜੀ ਰੁੱਤ ਵਿੱਚ ਬਣੀ, ਰੱਬ ਜੀ ਨੇ ਕੀ ਕੀਤਾ, ਕਿਸ ਤਰ੍ਹਾਂ ਕੀਤਾ। ਨੋਬਡੀ ਕੈਨ ਕਲੇਮ। ਦੋ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਵਾਲੇ ਕਈ ਮਤ ਕਲੇਮ ਕਰਦੇ ਸੀ ਦਿਸ ਯੂਨੀਵਰਸ ਵਾਸ ਮੇਡ ਇਨ 7 days ਸਮਥਿੰਗ। ਗੁਰੂ ਸਾਹਿਬ ਕਹਿੰਦੇ ਨੇ ਕੋਈ ਨਹੀਂ ਦੱਸ ਸਕਦਾ, ਜਾਂ ਕਰਤਾ ਸਿਟੀ ਕੋ ਸਾਜੇ। ਪਰ ਇਹ ਬਾਹਰਲੇ ਅਰਥਾਂ ਤੋਂ ਬਾਅਦ ਜਦੋਂ ਕੁੜਿਆਰ ਤੋਂ ਸਚਿਆਰ ਬਣਨ ਵਾਲੇ ਇੰਟਰੋਸਪੈਕਟਿਵ ਅਰਥ ਕਰਦੇ ਆ, ਆਪਣੇ ਆਪ ਨੂੰ ਆਪਣੇ ਸੁਧਾਰ ਵਾਸਤੇ ਕੁੜਿਆਰ ਤੋਂ ਸਚਿਆਰ ਬਣਦੇ ਕਰਦੇ ਆ, ਤਾਂ ਪਤਾ ਲੱਗਦਾ ਉਹਦੀ ਨਵੀਂ ਸ੍ਰਿਸ਼ਟੀ ਬਣਦੀ ਆ ਔਰ ਉਹ ਕਲੇਮ ਨਹੀਂ ਕਰ ਸਕਦਾ। ਜੇ ਉਹ ਕਲੇਮ ਕਰੇ ਤਾਂ ਉਹਦੀ ਹਉਮੈ ਵਿੱਚ ਆ ਜਾਏਗੀ। ਹਉਮੈ ਨੂੰ ਤੇ ਉਹ ਦੂਰ ਕਰਨਾ ਚਾਹੁੰਦਾ ਹੈ, ਸਚਿਆਰ ਬਣਨਾ ਚਾਹੁੰਦਾ ਕੁੜਿਆਰ ਤੋਂ। ਇਸ ਤੋਂ ਬਾਅਦ ਉਸ ਦੀਆਂ ਅਗਲੀਆਂ ਪੌੜੀਆਂ ਚੱਲੀਆਂ ਔਰ ਉਹ ਸੋਦਰ ਦੀ ਪੌੜੀ ਦੇ ਅੰਦਰ ਐਂਟਰ ਕੀਤਾ ਕਿਸ ਤਰ੍ਹਾਂ ਉਹਨੇ ਅਮੁੱਲ ਗੁਣਾਂ ਦਾ ਵਪਾਰ ਕਰਕੇ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ। ਚੰਗੇ ਗੁਣ ਜਦੋਂ ਅਸੀਂ ਇੱਕ ਦੂਜੇ ਨਾਲ ਬੈਠੀਏ ਔਰ ਉਹਨਾਂ ਦੀ ਪ੍ਰੈਕਟਿਸ ਕਰੀਏ, ਇੱਕ ਦੂਜੇ ਨਾਲ ਗੁੱਡ ਕੁਆਲਿਟੀਜ਼ ਡਿਸਕਸ ਕਰੀਏ, ਇਹਨੂੰ ਸਤਸੰਗ ਕਹਿੰਦੇ ਨੇ। ਔਰ ਗੁੱਡ ਕੁਆਲਿਟੀਜ਼ ਦੇ ਸਤਸੰਗ ਨੂੰ ਸੰਤਨ ਸੰਗ ਕਹਿੰਦੇ ਨੇ, ਗੁੱਡ ਕੁਆਲਿਟੀਜ਼ ਨੂੰ ਵਰਚੂਜ਼ ਕਹਿੰਦੇ ਨੇ, ਵਰਚੂਜ਼ ਨੂੰ ਸੰਤਨ ਕਹਿੰਦੇ ਨੇ, ਸੰਤ ਕਹਿੰਦੇ ਨੇ। ਵਰਚੂਜ਼ ਨੂੰ ਫੋਲੋ ਕਰਨਾ ਸੰਤਨ ਸੰਗ ਕਹਿਲਾਂਦਾ ਹੈ। ਕਿਸੇ ਫਿਜ਼ੀਕਲ ਬਾਬਾ ਜੀ ਦਾ ਸੰਗ ਨਹੀਂ ਕਰਨਾ ਪੈਂਦਾ। ਕਿਉਂ? ਬਾਣੀ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਦੀ ਹੈ। ਸੱਚ ਦੀ ਸੰਗਤ ਜਦੋਂ ਕਰਦੇ ਜਾਂਦੇ ਆ, ਜੀਵਨ ਪਲਟਾ ਖਾਂਦਾ ਜਾਂਦਾ ਹੈ। ਔਰ ਇੱਕ ਦੂਜੇ ਨਾਲ ਜਦੋਂ ਸਾਂਝ ਕਰਦੇ ਆ, ਅਮੁੱਲ ਗੁਣਾਂ ਦੀ ਵਪਾਰ ਦੀ ਸਾਂਝ ਕਰਦੇ ਜਾਂਦੇ ਆ, ਤਾਂ ਹੁੰਦਾ ਕੀ ਹੈ? ਅਮੁੱਲ ਗੁਣ ਅਮੁੱਲ ਵਪਾਰ ਦੀ ਪੌੜੀ ਵਿੱਚ ਆਖਰੀ ਲਾਈਨ ਆਉਂਦੀ ਹੈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਲਾਏ, ਸੋ ਏਤ ਖਜ਼ਾਨੇ ਲਿਆ ਲਾ। ਉਹਨੇ ਸਤਿਗੁਰ ਦੀ ਮੱਤ ਲਈ, ਕੋ ਨਾਨਕ ਜਿਸ ਮਸਤਕ ਲੇਖ ਲਿਖਾਏ, ਮੀਨਸ ਜੋ ਸੁਣਿਆ ਉਸ ਨੂੰ ਕਮਾਇਆ ਔਰ ਉਹ ਇਸ ਖਜ਼ਾਨੇ ਦਾ ਮੈਂਬਰ ਬਣ ਗਿਆ। ਸੋ ਇਹ ਖਜ਼ਾਨਾ ਲਿਆ ਰਲਾਏ। ਖਜ਼ਾਨਾ ਕੀ ਹੈ? ਪਿਉ ਦਾ ਦੇਖਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨ। ਉਹਦਾ ਮਨ ਅਮੀਰ ਹੋ ਗਿਆ, ਉਹ ਇਸ ਖਜ਼ਾਨੇ ਦਾ ਮੈਂਬਰ ਬਣ ਗਿਆ। ਅਮੁੱਲ ਗੁਣਾਂ ਦਾ ਵਪਾਰ ਕੀਤਾ। ਪੌੜੀ ਦੇ ਆਖਿਰ ਜਾਏ, ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ, ਅਮੁੱਲ ਗੁਣਾਂ ਦਾ ਵਪਾਰ ਕਰਕੇ ਇਸ ਖਜ਼ਾਨੇ ਦਾ ਮੈਂਬਰ ਬਣ ਕੇ ਉਹਨੇ ਸੋਦਰ ਦੇ ਦਰ ਦੇ ਅੰਦਰ ਜਾ ਕੇ ਚੰਗੇ ਚੰਗੇ ਗੁਣਾਂ ਨੂੰ ਸੰਭਾਲਿਆ। ਜਿਤ ਬੈ ਸਰਬ ਸੰਭਾਲੇ, ਤਾਂ ਇਸ ਖਜ਼ਾਨੇ ਦਾ ਮੈਂਬਰ ਬਣ ਗਿਆ, ਪਾਤਸ਼ਾਹ ਬਣ ਗਿਆ। ਕਿਵੇਂ? ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਨ੍ਹਾਂ ਨੂੰ ਰੱਬੀ ਗੁਣ ਸਿੱਖਣੇ ਆ ਜਾਂਦੇ ਨੇ, ਉਹਨਾਂ ਨੂੰ ਮਾਨੋ ਰੱਬ ਵਿਸਰਦਾ ਨਹੀਂ ਹੈ, ਉਹਨਾਂ ਨੂੰ ਰੱਬ ਯਾਦ ਨਹੀਂ ਕਰਨਾ ਪੈਂਦਾ, ਉਹ ਰੱਬੀ ਗੁਣਾਂ ਨਾਲ ਜੀਂਦੇ ਨੇ, ਰੱਬ ਵਿਸਰਦਾ ਨਹੀਂ ਹੈ। ਕੌਣ ਕਹਿੰਦਾ? ਬਾਣੀ। जिन्ना ना विसरे नाम से किन्हें, वो कैसे होते हैं जिनको भगवान जी भूलते नहीं हैं। जिन्ना ना विसरे नाम से किन्हें, भेद न जानो मूल साईं जेहिया। वो रब्बी गुणा नाल जींदे ने और रब्बी गुणा नाल जी के रब जी दे दर दे मैंबर हो जाते ने। पातशाह रब जी ने, वो भी पातशाह हो जाते ने। पातशाह और बादशाह का फर्क असी समझिया सी। बादशाह होंदा बादशाह, बाद मतलब झगड़े, झगड़ियां का शाह बनते हैं जो असी अवगुणा नाल जींदे हाँ, कूड़ की मत नाल जींदे हाँ, असी झगड़ियां दे शाह बनते हाँ। पर जिस दे नाल मेरी विकारां दी पत रखी जाती है और पत रह आती है, मंदे कर्म नहीं करते हाँ, उन्होंने पातशाह कहते हैं। सो पातशाह शाह पातशाह, विकार उहदी पत नहीं लुट सकते ने, उहदी द्रोपती नूं नगन नहीं कर सकते ने। उहदी पंचाली को राजसभा में राम नाम सुधाई, हमेशा इस शुद्ध विच रहिंदी है उसकी द्रोपती, उसनूं कोई दुर्योधन नगन नहीं कर सकता।
श्री राम नामा उचरम ना आगे जमदल बिखम करना, जितने मर्जी जम उसनू सतान पर उसनू सता नहीं सकते ने, उसनू समझ आ चुकी है। वो अगे इस मत का जिहड़ा वेस धारण करता है उसनू मत्था टेकदा है। आदेश तिसै आदेश तिसै आदेश, आद अनील अनाद अनाहत जुग जुग एको वेश, आदेश तिसै आदेश तिसै। ਇਹ ਮੁੰਦਾ ਸੰਤੋਖ ਦੀ, ਭੁਗਤ ਗਿਆਨ ਦੀ, ਏਕਾ ਮਾਈ ਦੀ, ਆਸਣ ਲੋਲੇ ਭੰਡਾਰ ਦੀ, ਇਹ ਸਾਰੀਆਂ ਪੌੜੀਆਂ ਦਾ ਇੱਕ ਕਾਮਨ ਹੈ ਫੈਕਟਰ ਜਿਸ ਨੂੰ ਅਸੀਂ ਰਹਾਉ ਮੰਨ ਸਕਦੇ ਹਾਂ। ਆਦੇਸ਼ ਤਿਸੈ ਆਦੇਸ਼, ਉਹ ਸਮਰਪਣ ਕਰਦਾ ਹੈ। ਤੁਹਾਨੂੰ ਆਦੇਸ਼ ਹੈ, ਮੈਂ ਨਮਸਕਾਰ ਕਰਦਾ, ਤੁਸੀਂ ਮੇਰੀ ਮੱਤ ਉੱਤੇ ਸੁਮੱਤ ਦਾ ਚੋਲਾ ਪਾਇਆ। ਜੁਗ ਜੁਗ ਏਕੋ ਵੇਸ, ਜੁਗ ਜੁਗ ਹੁੰਦਾ ਹੈ ਹਮੇਸ਼ਾ, जुग जुग होता है मेरा एक एक थॉट प्रोसेस। जैसा मेरा जुग होएगा वैसा मेरा जग बनेगा। जे मेरा जुग मंदे ख्यालों का है, मंदे ख्यालों के जुग नूं मेरे उत्ते वापरे नाल कल होंदी है, कला कलेश होंदी है, अपसैट होंदा है, उन्होंने कल जुग कहते हैं। जे मैं सतगुर की मत लैंदा हाँ, मेरा युग जिहड़ा है वो सतयुग हो जाता है, मेरा कलयुग खत्म हो जाता है। जदों गुरु पातशाह बाणी राही कहते हैं कलयुग में कीर्तन प्रधान, वह मतलब वाजे तबले ते राग च गाना नहीं होंदा। कलयुग में, कलयुग मीनस जदों तू कल च पैना है, युग में मीनस तेरा थॉट प्रोसेस। कलयुग में वैन एवर यू आर इन प्रॉब्लम, कलयुग में कीर्तन प्रधाना, कीर्ति रब जी के गुणां की प्रधानता लिया कर, अगवाई लिया कर, गुरमुख जपीए लाए ध्याना। जब साडा कल युग कट्टिया जाता, मेरी कला कलेश कट्टी जाती है। धुर की बाणी आई तिन सगली चिंत मिटाई, मेरी चिंता फिकर निहोरे शिकवे गिले टॉन्ट्स नफरतां, ये सब कुछ वैर विरोध, ये सारा कला कलेश खत्म होती जाती है। किस तरह गुरु साहब कुड़ियार तो सचियार बनाई जा रहे हैं, उसमें जो समझ आती है ना, अगली पौड़ी उन्होंने समझ आ गई कि मैं मन की मत दे विकारां दे नाल कुछ ही बारले कर्म कांड करांगा ना, गुरु पातशाह उन्होंने कहते हैं मन मुख भगत करें बिन सतगुर। तू मन की मत दे नाल लोकां नूं वेख के जो कुछ करता है, मन मुख भगत करें बिन सतगुर, बिन सतगुर भगत ना होई। सतगुर कोलों भगत सिख, सतगुर जी भगत किहड़ी कहंदे ने, विण गुण कीते भगत ना होए। भगत की होंदा है चंगे गुणां नाल जीना। भगत डज नॉट मीन बैठो माला फेरो चौकड़ा मारो आंखें बंद कर लो, इनू भगत गुरमत नहीं मनती है। इनू तो गुरमत कहती है काहे को कीजिए ध्यान जपन्ना जब ते शुद्ध ना ही मन अपना। अच्छा मैं भगत करदा और मेरा मन शुद्ध नहीं है, तुसीं मेरा मन शुद्ध करना चाहते हो? मन शुद्ध हो जाता, कूड़ की पाल उतर जाती है। एक दो जीबों लख होए, उन्होंने समझ आ जाती है कि मैं शरीरक लैवल पर जे मेरी एक जीभ दियाँ दो जीबा हो जान, दो जीबा तो लखा जीबा हो जान, लख होवे लख 20 लख लख गेड़ा आखियाँ, जे मैं इन्हां जीबां दे नाल 20 लाख जीबां दे नाल लख लख गेड़ा भी जेकर आख लवां तां कुड़ियार तो सचियार बनन वाले मन नूं समझ आ रही है। लख लख गेड़ा आखियाँ एक नाम जगदीश, इतरा पत पौड़ियाँ चढ़िया होए किश, ऐ समझदा है कि इस तरह मैं रब नाल इकमिक हो जाऊँगा। ये तो इस तरह है मानो जिमें कीड़ियाँ आसमान विच उड्डण दी अनहोनी गल कर रहे हो। सुन गल्लां आकाश की कीटा आई रीस। हुण गुरमत दा पक्ष आया, गुरु पातशाह कहते नानक नदरी पाई है। ए बारले जप तप, बारले कर्म कांड, बारला बगल में छुरी मुँह में राम राम, हर हर करें नित कपट कमावे हिरदा शुद्ध ना होई। ए तेरे बारले जिहड़े कर्म कांड तू करेगा ना, ए उसनूं समझ आ गई नहीं मैनूं रब जी की नदर प्राप्त करनी चाहिए। कुड़ियार तो सचियार बनन वाली जिस दी अवस्था है वो इस गल नूं गुरबाणी चो समझेगा। मेरा मैं अपना कोई भी लॉजिक नहीं लगाया है, मेरी पाया ही नहीं है, मेरी अथॉरिटी नहीं है।
फाइनली वो समझदा है कि गिणतियां मिणतियां दे जदों मैं पाठ करदा हाँ, हमने 5 लाख कर लिए, हमने इतने कर लिए, अच्छा तुसी किन्ने लवोगे जी, 500 लै लो जी, अच्छा तुसी 1000 लै लो जी। और प्रदेशों में मैं जाता उत्थे वो कहंदे ने कीते कराए पे हुए ने, इन्हां दे इतने पैसे, जे तुसी आने वाले संडे कराना है तो इन्ने पैसे, जे 6 महीने बाद कराना तो इन्ने पैसे, जे तुहाडे कोल बिल्कुल टाइम नहीं है तो कीते कराए की अरदास कर देंगे, उहदे पैसे इन्ने दिओ, कीते कराए। ये गिणतियां मिणतियां नूं गुरु पातशाह कहंदे ने कूड़ी कूड़ै ठीस, कूड़ियां दी ठीस है। लोग एक मैकेनिकल मशीन प्रेस करते रहते हैं, मैंने भगवान का नाम इतने डिजिट्स बारी ले लिया, कूड़ियां दी ठीस। साध संगत जी सारा मैं बाणी नाल गल कर रहा हाँ, बाणी अनुसार कर रहा, बाणी की ताब्या हेठ कर रहा, बाणी के अधीन कर रहा, पूरी नम्रता सहित गुरु पातशाह जी की गल समझण का यतन कर रहा। दिस इज़ नॉट माई इंटरप्रटेशन, दिस इज़ नॉट माई ट्रांसलेशन। तुसी बाहर पुस्तक तुहानूं मिलेगी रब्बी गुण एक ओंकार तो गुरप्रसाद, फिर दूजी पुस्तक रब्बी रजा आज सच जुगा सच है भी सच नानक होसी सच, फिर तीजी पुस्तक आई सचियारा किवें बनी है, असी उस दे मुताबक सांझ कर रहे हैं। डिसएग्रीमेंट तो कोई भी कर ही सकता है। कुड़ियार तो सचियार बनन वाले मन नूं समझाइए, गिणतियां मिणतियां जिहड़ियां मैं करदा, हमने 101 अखंड पाठ रखे, वहां पर इतनी दुनिया आई, ओ जी असी नगर कीर्तन कढ़िया वो 5000 हाथी आए, अच्छा 60 तू वाले आए, इन्हां गिणतियां मिणतियां च की पिया? असी सुनिए सीखिए। मैनू हैरानगी होंदी है, मानयोग हरमनजीत सिंह जी को मैं बैठ के सुनिया, वो कहते असी कोशिश कर रहे हैं कि विधवावां के बारे कुछ करिए। दीज आर द वैल्यूएबल जॉब्स टू बी डन, बच्चों को जॉब्स दवाइए, दीज आर द थिंग्स टू बी डन, उन्होंने नशे छुड़ाइए, ये इंपॉर्टेंट चीज़ां ने। हाथी कितने आए, तू किन्ने आए, इन्हां नाल नहीं गल बनेगी। साडा नौजवान भटक रहा है, असी सारे भटक रहे हैं, और गुरु बाणी सानू सिखा रही है कूड़ियां दी ठीसी च ना पिया कर, ए गिणतियां मिणतियां च ना पिया कर। नानक नदनी पाई है कूड़ी कूड़ा ठीस। अज मेरा इतने समय विच समाप्त होया।